हाँ जी दोस्तों, स्वागत है ਤੁਹਾਡਾ ਸਾਰਿਆਂ ਦਾ ਸਟੱਡੀ ਫਾਈਟਰਸ ਦੇ ਵਿੱਚ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸੀਟੈਟ ਦੀ ਪੰਜਾਬੀ ਪੈਡਾਗੋਜੀ ਦੀ ਆਪਣੀ ਚੈਨਲ ਤੇ ਸੀਰੀਜ਼ ਚੱਲ ਰਹੀ ਹੈ। ਤਾਂ ਇਸ ਸੀਰੀਜ਼ ਦੇ ਵਿੱਚ ਹੀ ਅੱਜ ਦੀ ਕਲਾਸ ਆਪਾਂ ਲੈ ਕੇ ਆਏ ਹਾਂ, ਜਿਸ ਦੇ ਵਿੱਚ ਆਪਾਂ ਨੇ ਭਾਸ਼ਾ ਕੌਸ਼ਲ ਵਾਲਾ ਜੋ ਟੌਪਿਕ ਸਟਾਰਟ ਕੀਤਾ ਹੋਇਆ ਹੈ। ਇਸ ਦੇ ਵਿੱਚ ਅਸੀਂ ਹੁਣ ਤੱਕ 3 ਭਾਸ਼ਾ ਕੌਸ਼ਲ ਸਮਝ ਚੁੱਕੇ ਹਾਂ ਤੇ ਚੌਥਾ ਭਾਸ਼ਾ ਕੌਸ਼ਲ ਲਿਖਣ ਕੌਸ਼ਲ ਅੱਜ ਕੰਪਲੀਟ ਕਰ ਲੈਣਾ ਹੈ। ਭਾਸ਼ਾ ਕੌਸ਼ਲ ਵਾਲਾ ਟੌਪਿਕ ਅੱਜ ਕੰਪਲੀਟ ਹੋ ਜਾਏਗਾ। ਲਾਸਟ ਵਿੱਚ ਕੁਝ MCQ ਡਿਸਕਸ ਕਰਾਂਗੇ। ਇਸ ਤੋਂ ਪਹਿਲਾਂ ਦੋਸਤੋ ਅਸੀਂ ਤੁਹਾਨੂੰ ਇੱਕ ਖੁਸ਼ਖਬਰੀ ਦੇ ਦਈਏ ਕਿ ਆਪਣੇ ਸਟੱਡੀ ਫਾਈਟਰ ਦੀ ਜੋ ਐਪਲੀਕੇਸ਼ਨ ਹੈ, ਐਪ ਹੈ, ਪਲੇ ਸਟੋਰ ਦੇ ਉੱਤੇ ਪਬਲਿਸ਼ ਹੋ ਚੁੱਕੀ ਹੈ। ਤਾਂ ਤੁਸੀਂ ਜਾ ਕੇ ਐਪ ਨੂੰ ਡਾਊਨਲੋਡ ਕਰੋ। ਉੱਥੇ ਜੋ ਪ੍ਰੀਵੀਅਸ ਈਅਰ ਨੇ 2019 ਵਾਲਾ ਜੋ ਸੀਟੈਟ ਦਾ ਕੁਐਸਚਨ ਪੇਪਰ ਸੀ ਉਹ ਅਸੀਂ ਨੇ ਅਪਲੋਡ ਕਰ ਦਿੱਤਾ ਹੈ, ਪੇਪਰ 1 ਅਤੇ ਪੇਪਰ 2 ਦਾ। ਤੁਸੀਂ ਜਾ ਕੇ ਉਹ ਕੁਐਸਚਨ ਪੇਪਰ ਦੀ ਜ਼ਰੂਰ ਪ੍ਰੈਕਟਿਸ ਕਰੋ। ਤੇ ਨਾਲ ਹੀ ਦੋਸਤੋ ਤੁਹਾਨੂੰ ਮੈਂ ਇੱਕ ਟਾਰਗੇਟ ਦਿੰਦਾ, ਜਿੰਨੇ ਇਸ ਵੀਡੀਓ ਤੇ ਵਿਊ ਆਣਗੇ, ਜੇਕਰ ਉਸ ਦਾ 80% ਦੋਸਤਾਂ ਨੇ ਇਸ ਐਪ ਨੂੰ ਇੰਸਟਾਲ ਕਰ ਲਿਆ, ਪਲੇ ਸਟੋਰ 'ਤੇ ਜਾ ਕੇ ਤੁਸੀਂ ਐਪ ਨੂੰ ਜੁਆਇਨ ਕਰ ਲਿਆ, ਤਾਂ ਤੁਹਾਨੂੰ ਜਲਦ ਹੀ ਮੌਕ ਟੈਸਟ ਮਿਲੇਗਾ। ਸੀਟੈਟ ਦਾ ਮੌਕ ਟੈਸਟ ਮਿਲੇਗਾ, ਫਰੀ ਆਫ ਕੋਸਟ ਮਿਲੇਗਾ ਇਸ ਐਪ ਦੇ ਉੱਤੇ। ਠੀਕ ਹੈ ਜੀ, ਤਾਂ ਇਹ ਟਾਰਗੇਟ ਤੁਸੀਂ ਨੇ ਪੂਰਾ ਕਰਨਾ ਹੈ। ਅਤੇ ਉਸ ਤੋਂ ਬਾਅਦ ਮੈਂ ਆਪਦਾ ਟਾਰਗੇਟ ਮੌਕ ਟੈਸਟ ਬਣਾ ਕੇ ਜਲਦੀ ਹੀ ਅਪਲੋਡ ਕਰਾਂਗਾ, ਤਾਂ ਤੁਹਾਨੂੰ ਮਿਲਦੇ ਹਾਂ। ਠੀਕ ਹੈ ਜੀ, ਅਤੇ ਗੱਲ ਰਹੀ ਕੁਐਸਚਨ ਪੇਪਰਾਂ ਦੀ, ਸਾਰੇ ਆਉਣ ਵਾਲੇ ਟਾਈਮ 'ਚ ਆਪਾਂ ਕੁਐਸਚਨ ਪੇਪਰ ਪ੍ਰੀਵੀਅਸ ਈਅਰ ਦੇ ਉੱਥੇ ਅਪਲੋਡ ਕਰ ਦੇਵਾਂਗੇ, ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ। ਇੱਕ ਦੋਸਤ ਦਾ ਕਮੈਂਟ ਆਇਆ ਸੀ, ਕਹਿੰਦੇ ਸਰ ਐਪ ਵੀ ਕੱਢ ਲਈ ਅਤੇ ਕੁਐਸਚਨ ਪੇਪਰ ਵੀ ਡਾਊਨਲੋਡ ਕਰ ਲਏ, ਬੜਾ ਵਧੀਆ ਲੱਗਿਆ। ਠੀਕ ਹੈ, ਮੈਂ ਵੀ ਫਸਟ ਕੈਂਡੀਡੇਟ ਕਹਿ ਸਕਦਾ ਮੈਂ ਉਹ ਸੀਟੈਟ ਦਾ ਉਸ ਐਪ 'ਤੇ ਹੈਗਾ ਸੀ। ਤਾਂ ਤੁਸੀਂ ਸਾਰੇ ਵੀ ਜਾਓ ਜੀ। ਠੀਕ ਹੈ, ਪਲੇ ਸਟੋਰ 'ਤੇ ਸਰਚ ਕਰ ਲਿਓ, ਅਦਰਵਾਈਜ਼ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਦੇ ਦਾਂਗੇ। ਸਟੱਡੀ ਫਾਈਟਰ ਇਹ ਐਪ ਡਾਊਨਲੋਡ ਕਰੋ। ਪ੍ਰੋਸੈਸ ਵੀ ਦੱਸਦਾ ਮੈਂ ਤੁਹਾਨੂੰ। ਇਹ ਤੁਸੀਂ ਜਦੋਂ ਐਪ ਦੇ ਨੂੰ ਇੰਸਟਾਲ ਕਰ ਲਓਗੇ, ਫਰੀ ਕੰਟੈਂਟ ਵਾਲੇ ਫੋਲਡਰ ਜਾਇਓ, ਇੱਥੇ ਸੀਟੈਟ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਪਏ ਨੇ। ਠੀਕ ਹੈ, ਇਹ ਡਾਊਨਲੋਡ ਕਰਕੇ ਪੜ੍ਹੋ। ਠੀਕ ਹੈ ਜੀ, ਲਿਖਣ ਕੌਸ਼ਲ ਨੂੰ ਸ਼ੁਰੂ ਕਰਦੇ ਹਾਂ ਆਪਾਂ। ਤਾਂ ਦੇਖੋ ਦੋਸਤੋ, ਜਦੋਂ ਆਪਾਂ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਸੁਣਨਾ ਸਿੱਖਿਆ ਆਪਾਂ ਨੇ, ਸੁਣਨਾ ਸਮਝਣਾ, ਫਿਰ ਬੋਲਣਾ। ਠੀਕ ਹੈ ਜੀ, ਫਿਰ ਆਪਾਂ ਨੇ ਪੜ੍ਹਨਾ ਸਿੱਖਿਆ। ਉਸ ਤੋਂ ਬਾਅਦ ਸੁਣਨਾ ਵੀ ਸਿੱਖ ਲਿਆ, ਬੋਲਣਾ ਸਿੱਖ ਲਿਆ, ਪੜ੍ਹਨਾ ਸਿੱਖ ਲਿਆ। ਫਿਰ ਲਾਸਟ ਵਿੱਚ ਕਹਿ ਸਕਦੇ ਹਾਂ ਆਪਾਂ ਚੌਥੀ ਭਾਸ਼ਾ ਕੌਸ਼ਲ ਆਪਣਾ ਵਿਕਸਿਤ ਹੁੰਦਾ ਹੈ, ਲਿਖਣ ਕੌਸ਼ਲ। ਲਿਖਣ ਕੌਸ਼ਲ ਕੀ ਹੈ? ਮਤਲਬ ਕਿ ਧੁਨੀਆਂ ਨੂੰ, ਜੋ ਆਪਾਂ ਆਵਾਜ਼ਾਂ ਸੁਣਦੇ ਹਾਂ, ਜੋ ਆਵਾਜ਼ ਆਪਾਂ ਕੱਢਦੇ ਹਾਂ, ਬੋਲਦੇ ਹਾਂ, ਠੀਕ ਹੈ, ਪੜ੍ਹਦੇ ਹਾਂ, ਉਹ ਚੀਜ਼ਾਂ ਨੂੰ ਆਪਾਂ ਨੇ ਹੁਣ ਲਿਖਤੀ ਰੂਪ ਦੇਣਾ ਹੈ। ਧੁਨੀਆਂ ਨੂੰ ਜਦੋਂ ਲਿਖਤੀ ਰੂਪ ਦੇਣ ਦੀ ਗੱਲ ਆਉਂਦੀ ਹੈ, ਤਾਂ ਉਸ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਇਹ ਕਿ ਲਿਖਣ ਕੌਸ਼ਲ ਹੈ। ਅਤੇ ਤੁਹਾਨੂੰ ਇੱਕ ਇੰਗਲਿਸ਼ ਪੈਡਾਗੋਜੀ ਦੇ ਵਿੱਚ ਵੀ ਇਹ ਚੀਜ਼ ਕੰਮ ਆ ਸਕਦੀ ਹੈ। ਤੁਹਾਨੂੰ ਗ੍ਰਾਫਿਕ ਅਸਪੈਕਟ ਕਿਹਾ ਜਾ ਸਕਦਾ ਹੈ, ਮਤਲਬ ਕਿ ਲਿਖਤੀ ਰੂਪ ਲਿਖਣ ਕੌਸ਼ਲ ਨਾਲ ਸੰਬੰਧਿਤ ਹੈ ਇਹ। ਸਕ੍ਰਿਪਟ ਲਿਪੀਬੱਧ ਕਰਨਾ, ਮਤਲਬ ਕਿ ਜੋ ਧੁਨੀਆਂ ਸੀ, ਅੱਖਰ ਸੀ, ਉਹਨਾਂ ਨੂੰ ਹੁਣ ਆਪਾਂ ਲਿਪੀਬੱਧ ਕਰ ਰਹੇ ਹਾਂ, ਕਿਸੇ ਲਿਪੀ 'ਚ ਉਹਨਾਂ ਨੂੰ ਉਕੇਰ ਰਹੇ ਹਾਂ, ਲਿਖ ਰਹੇ ਹਾਂ। ਫੋਰ ਐਗਜ਼ਾਮਪਲ ਮੈਂ ਗੱਲ ਕਰਦਾ, ਜਿਵੇਂ ਇੱਥੇ ਮੈਂ ਸ਼ਬਦ ਬੋਲ ਰਿਹਾ ਕਾਰ, ਮੈਂ ਇੱਦਾਂ ਇੱਕ ਸ਼ਬਦ ਲਿਖਿਆ ਕਾਰ, CAR, ਕਾਰ। ਹੁਣ ਇਹ ਜੋ ਮੈਂ ਲਿਖੇਗਾ ਸ਼ਬਦ ਕਾਰ, ਇਹ ਮੈਂ ਕੀ ਕਰਤਾ, ਕਾਰ ਪਹਿਲਾਂ ਬੋਲ ਰਿਹਾ ਸੀ, ਹੁਣ ਉਹਨੂੰ ਉਕੇਰਤਾ, CAR। ਇਹ ਕਿ ਲਿਖਣ ਕੌਸ਼ਲ ਹੈ। ਇਹਨੂੰ ਇੱਦਾਂ ਵੀ ਤਾਂ ਲਿਖਿਆ ਜਾ ਸਕਦਾ ਸੀ ਕਾਰ, ਪਰ ਮੈਂ ਕੀ ਕਰ ਰਿਹਾ, ਅਲੱਗ-ਅਲੱਗ ਲਿਪੀਆਂ ਦੇ ਵਿੱਚ, ਇਹ ਗੁਰਮੁਖੀ ਲਿਪੀ ਹੈ, ਇਹ ਰੋਮਨ ਹੈ, ਅਲੱਗ-ਅਲੱਗ ਲਿਪੀਆਂ ਦੇ ਵਿੱਚ ਉਹਨੂੰ ਲਿਪੀਬੱਧ ਕਰ ਰਿਹਾ, ਉਹਨੂੰ ਉਕੇਰ ਰਿਹਾ, ਲਿਖ ਰਿਹਾ। ਠੀਕ ਹੈ, ਇੱਦਾਂ। ਤਾਂ ਇਸ ਤਰ੍ਹਾਂ ਇਹ ਕਿ ਲਿਖਣ ਕੌਸ਼ਲ ਹੈ। ਠੀਕ ਹੈ ਜੀ, ਤਾਂ ਇਸ ਨੂੰ ਜਦੋਂ ਕੋਈ ਸੁਣਦਾ ਹੈ, ਉਹ ਸੁਣਨ ਕੌਸ਼ਲ ਹੈ। ਬੋਲ ਰਿਹਾ ਹੈ, ਬੋਲਣ ਕੌਸ਼ਲ ਹੈ। ਠੀਕ ਹੈ ਜੀ, ਇੱਦਾਂ। ਜੋ ਲਿਖਣ ਕੌਸ਼ਲ ਹੈ, ਇਹ ਕਿ ਇੱਕ ਮਨ ਦੇ ਭਾਵਾਂ ਨੂੰ ਬਾਹਰ ਕੱਢਦੀ ਹੈ, ਪ੍ਰਗਟਾ ਕੌਸ਼ਲ ਹੈ। ਲਿਖਣ ਕੌਸ਼ਲ ਕਿ ਇੱਕ ਪ੍ਰਗਟਾ ਕੌਸ਼ਲ ਹੈ, ਐਕਸਪ੍ਰੈਸ ਸਕਿੱਲ ਹੈ, ਐਕਟਿਵ ਸਕਿੱਲ ਹੈ। ਇਹ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਅੱਖਾਂ ਅਤੇ ਹੱਥਾਂ ਦੀ ਵਰਤੋਂ ਕਰਕੇ ਕੁਝ ਵਿਸ਼ੇਸ਼ ਚਿੰਨ੍ਹ ਬਣਾਉਣਾ, ਉਕੇਰਨਾ, ਸਕ੍ਰਿਬਲਿੰਗ। ਠੀਕ ਹੈ, ਤੁਹਾਨੂੰ ਵਰਡ ਆ ਸਕਦਾ ਸਕ੍ਰਿਬਲਿੰਗ, ਇੰਗਲਿਸ਼ 'ਚ ਵੀ ਕੰਮ ਦੇ ਸਕਦਾ ਹੈ ਕਿ ਇਹ ਰਾਈਟਿੰਗ ਸਕਿੱਲ ਦੇ ਨਾਲ ਰਿਲੇਟਡ ਹੈ, ਯਾਨੀ ਕਿ ਲਿਖਣ ਸਕਿੱਲ ਦੇ ਨਾਲ ਰਿਲੇਟਡ ਹੈ। ਉਕੇਰਨਾ, ਚਿੰਨ੍ਹ ਬਣਾਉਣਾ। ਹੁਣ ਮੈਂ ਇਹ ਕੀ ਕੀਤਾ ਸੀ, ਚਿੰਨ੍ਹ ਹੀ ਤਾਂ ਬਣਾਏ ਨੇ, ਚਿੰਨ੍ਹ ਹੀ ਤਾਂ ਬਣਾਏ ਨੇ। ਇਹ ਜਿਹੜਾ ਮੈਂ ਲਿਖ ਰਿਹਾ, ਚਿੰਨ੍ਹ ਬਣਾਏ ਨੇ, ਹੈ ਨਾ। ਕਾਹਦੇ ਨਾਲ? ਅੱਖਾਂ, ਹੱਥਾਂ, ਦਿਮਾਗ, ਸਾਰੀ ਚੀਜ਼ਾਂ ਦਾ ਕੋਆਰਡੀਨੇਸ਼ਨ ਬਣਦਾ ਹੈ। ਜੇਕਰ ਕਦੇ ਪੁੱਛ ਲਿਆ ਜਾਵੇ ਵੀ ਸਭ ਤੋਂ ਵੱਧ ਗਿਆਨ ਇੰਦਰੀਆਂ ਕਿਸ ਸਕਿੱਲ ਦੇ ਵਿੱਚ ਐਕਟਿਵ ਹੋਣਗੀਆਂ ਆਪਣੀਆਂ, ਹੱਥ ਵੀ ਐਕਟਿਵ ਨੇ, ਦਿਮਾਗ ਵੀ ਐਕਟਿਵ ਹੈ, ਅੱਖਾਂ ਵੀ ਐਕਟਿਵ ਨੇ, ਹੈ ਨਾ। ਸਭ ਤੋਂ ਵੱਧ ਜਿਹੜੇ ਆਪਣੇ ਅੰਗ ਨੇ, ਇੰਦਰੀਆਂ ਨੇ, ਉਹ ਕਾਹਦੇ 'ਚ ਐਕਟਿਵ ਨੇ, ਕਾਹਦੇ ਸ਼ਾਮਲ ਨੇ? ਲਿਖਣ ਕੌਸ਼ਲ ਦੇ 'ਚ ਸਭ ਤੋਂ ਜ਼ਿਆਦਾ ਸ਼ਾਮਲ ਨੇ। ਬੱਚਾ ਹੈ, ਛੋਟਾ ਜਿਹਾ, ਉਹ ਸੁਣ ਵੀ ਲਊਗਾ, ਬੋਲਣਾ ਵੀ ਸਿੱਖ ਜੂਗਾ, ਹੋ ਸਕਦਾ ਪੜ੍ਹਨਾ ਵੀ ਸਿੱਖ ਜੇ, ਥੋੜ੍ਹਾ ਜਿਹਾ ਵੱਡਾ ਹੋਵੇ। ਲਿਖਣਾ ਸਭ ਤੋਂ ਬਾਅਦ 'ਚ ਸਿੱਖੂਗਾ, ਕਿਉਂਕਿ ਇਸ ਦੇ 'ਚ ਸਭ ਤੋਂ ਜ਼ਿਆਦਾ ਕਹਿ ਸਕਦੇ ਇੰਦਰੀਆਂ ਆਪਣੀਆਂ ਸ਼ਾਮਲ ਕਰਨੀਆਂ ਪੈਣਗੀਆਂ। ਜਦੋਂ ਸਾਰੀਆਂ ਇੰਦਰੀਆਂ ਦੇ ਉੱਤੇ ਸਹੀ
ਇੱਕ ਕੋਆਰਡੀਨੇਸ਼ਨ ਬਣ ਗਈ ਇਹਨਾਂ ਦੀ, ਫਿਰ ਲਿਖਣਾ ਸਿੱਖਦਾ ਹੈ। ਤਾਂ ਹੀ ਲਿਖਣ ਦੀ ਉਹ ਮਤਲਬ ਆਪਾਂ ਇੱਦਾਂ ਵੀ ਕਿਹਾ ਜਾਂਦਾ ਜੀ, ਮੈਂ ਤੁਹਾਨੂੰ ਕਹਿਣਾ ਹੁੰਦਾ ਤੁਸੀਂ ਸੀਟੈਟ ਦੀਆਂ ਸਾਰੀਆਂ ਕਲਾਸਾਂ ਲਗਾ ਰਹੇ ਹੋ, ਇਹਨਾਂ ਨੂੰ ਨੋਟ ਵੀ ਕਰਿਓ ਨਾਲ ਦੀ ਨਾਲ, ਲਿਖਿਓ ਵੀ। ਜੇ ਤੁਸੀਂ ਲਿਖੋਗੇ ਨੋਟ ਕਰੋਗੇ ਉਹ ਉਹਦੇ ਵਿੱਚ ਅੱਖਾਂ ਵੀ ਸ਼ਾਮਲ ਨੇ, ਤੁਹਾਡੀਆਂ ਹੱਥ ਵੀ ਸ਼ਾਮਲ ਨੇ, ਦਿਮਾਗ ਵੀ ਸ਼ਾਮਲ ਹੈ, ਉਹ ਚੀਜ਼ਾਂ ਯਾਦ ਹੋਣਗੀਆਂ। ਠੀਕ ਹੈ, ਤਾਂ ਇੱਦਾਂ ਸਾਰੀਆਂ ਚੀਜ਼ਾਂ ਦਾ ਜੋ ਕੋਆਰਡੀਨੇਸ਼ਨ ਬਣਦਾ ਲਿਖਣ ਸਕਿੱਲ ਫਿਰ ਪੈਦਾ ਹੁੰਦੀ ਹੈ। ਬ੍ਰੇਨ ਸਟੋਰਮਿੰਗ ਦੇ ਨਾਲ ਲਿਖਣ ਸਕਿੱਲ ਨੂੰ ਵਧਾਇਆ ਜਾ ਸਕਦਾ ਹੈ। ਲਿਖਣ ਸਕਿੱਲ ਦੀਆਂ ਕਈ ਵਾਰ ਤੁਹਾਨੂੰ ਸਬ ਸਕਿੱਲਸ ਪੁੱਛ ਲਈਆਂ ਜਾਂਦੀਆਂ ਨੇ, ਉਪ ਕੌਸ਼ਲਸ ਪੁੱਛ ਲਈਆਂ ਜਾਂਦੀਆਂ ਨੇ, ਤਾਂ ਤੁਸੀਂ ਕਹੋਗੇ ਆਈਡੀਆ, ਔਰਗੇਨਾਈਜ਼ ਕਰਨਾ, ਡਰਾਫਟ, ਐਡਿਟ, ਪਬਲਿਸ਼, ਇਹ ਸਭ ਚੀਜ਼ਾਂ ਉਸ ਦੇ 'ਚ ਸ਼ਾਮਲ ਨੇ। ਅੱਗੇ ਆਪਾਂ ਉਹਦੀਆਂ ਸਬ ਸਕਿੱਲ ਵੀ ਸਮਝਾਂਗੇ। ਤੁਹਾਨੂੰ ਪੁੱਛ ਲਿਆ ਜਾਵੇ ਇੰਗਲਿਸ਼ ਦੇ ਵਿੱਚ ਵੀ ਤੁਹਾਨੂੰ ਇਹ ਚੀਜ਼ ਇੱਦਾਂ ਹੀ ਕੰਮ ਆਏਗੀ। ਪਬਲਿਸ਼ ਮਤਲਬ ਸੰਪਾਦਨ ਕਰਨਾ, ਛਾਪਣਾ। ਠੀਕ ਹੈ, ਤਾਂ ਇਹ ਕਾਹਦੇ 'ਚ ਸ਼ਾਮਲ ਹੈ? ਲਿਖਣ ਸਕਿੱਲ 'ਚ। ਐਡਿਟ ਸੰਪਾਦਨ, ਪਬਲਿਸ਼ ਤਾਂ ਮਤਲਬ ਕਹਿ ਸਕਦੇ ਆਪਾਂ ਪਬਲਿਕ ਕਰਨਾ, ਹੈ ਨਾ, ਛਾਪਣਾ, ਪ੍ਰਕਾਸ਼ਿਤ ਕਰਨਾ ਕਹਿ ਸਕਦਾ ਪੰਜਾਬੀ 'ਚ। ਐਡਿਟ ਮਤਲਬ ਸੰਪਾਦਨ ਕਹਿ ਸਕਦਾ। ਡਰਾਫਟ ਮਤਲਬ ਇੱਕ ਖਰੜਾ ਤਿਆਰ ਕਰ ਲੈਣਾ, ਵੀ ਆਪਾਂ ਲਿਖਦੇ ਲਿਖਦੇ ਛੱਡਤਾ, ਤੁਸੀਂ ਕਾਪੀ 'ਤੇ ਤਿਆਰ ਕਰ ਰਹੇ ਹੋ ਪਹਿਲਾਂ ਕੋਈ ਚੀਜ਼ ਨੂੰ, ਬਾਅਦ 'ਚ ਉਹਨੂੰ ਟਾਈਪ ਕਰ ਰਹੇ ਹੋ, ਫਿਰ ਪਬਲਿਸ਼ ਕਰਾ ਰਹੇ ਹੋ, ਉਹ ਚੀਜ਼ ਹੈ ਡਰਾਫਟ। ਔਰਗੇਨਾਈਜ਼ ਕਰਨਾ ਸਾਰੀ ਚੀਜ਼ਾਂ ਨੂੰ, ਵੀ ਇਸ ਤੋਂ ਬਾਅਦ ਇਹ ਆਊਗਾ। ਤੁਸੀਂ ਮੰਨ ਕੇ ਚੱਲੋ ਲੇਖ ਲਿਖਦੇ ਹੋ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ, ਤੁਸੀਂ ਸਾਰੀ ਚੀਜ਼ਾਂ ਨੂੰ ਔਰਗੇਨਾਈਜ਼ ਕਰਦੇ ਹੋ। ਲਿਖਣ ਸਕਿੱਲ ਹੈ ਉਹ ਔਰਗੇਨਾਈਜ਼ ਕਰਨਾ। ਤੁਸੀਂ ਕੀ ਕਰ ਰਹੇ ਹੋ? ਪਹਿਲਾਂ ਮੈਂ ਜਾਣ ਪਛਾਣ ਲਿਖਾਂਗਾ, ਫਿਰ ਜਨਮ ਲਿਖਾਂਗਾ, ਬਚਪਨ ਬਾਰੇ ਲਿਖਾਂਗਾ, ਮਾਤਾ ਪਿਤਾ ਬਾਰੇ ਲਿਖਾਂਗਾ, ਫਿਰ ਉਸ ਦੀਆਂ ਸਿੱਖਿਆਵਾਂ ਬਾਰੇ ਲਿਖਾਂਗਾ, ਰਚਨਾਵਾਂ ਬਾਰੇ ਲਿਖਾਂਗਾ, ਲਾਸਟ ਵਿੱਚ ਤੁਹਾਨੂੰ ਪਤਾ ਵੀ ਜੋਤੀ ਜੋਤ ਸਮਾਉਣਾ ਬਾਅਦ ਵਿੱਚ ਲਿਖਣਾ ਹੈ। ਉਹ ਚੀਜ਼ਾਂ ਕੀ ਨੇ? ਔਰਗੇਨਾਈਜ਼ ਨੇ, ਉਹਨਾਂ ਨੂੰ ਸਹੀ ਇੱਕ ਸੀਰੀਜ਼ ਦੇ ਰਹੇ ਹੋ। ਤਾਂ ਇਹ ਸਭ ਚੀਜ਼ਾਂ ਲਿਖਣ ਸਕਿੱਲ ਦੇ ਵਿੱਚ ਸ਼ਾਮਲ ਨੇ। ਠੀਕ ਹੈ ਜੀ। ਆਈਡੀਆ, ਤੁਸੀਂ ਪਹਿਲਾਂ ਸੋਚੋਗੇ, ਸੁਣੋਗੇ ਕਿਤੋਂ, ਬੋਲੋਗੇ, ਫਿਰ ਉਸ ਨੂੰ ਫਿਰ ਪੜ੍ਹੋਗੇ, ਉਸ ਦੇ ਨਾਲ ਸੰਬੰਧਿਤ। ਬ੍ਰੇਨ ਸਟੋਰਮਿੰਗ, ਇਹ ਸਭ ਚੀਜ਼ਾਂ ਲਿਖਣ ਕੌਸ਼ਲ ਦੇ ਵਿੱਚ ਕਹਿ ਸਕਦੇ ਹਾਂ ਸ਼ਾਮਲ ਨੇ। ਅਤੇ ਗੱਲ ਆ ਜਾਂਦੀ ਹੈ ਕਿ ਜਿਹੜੀ ਲਿਖਣ ਕੌਸ਼ਲ ਹੈ ਉਸ ਦਾ ਅਭਿਆਸ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ। ਤਾਂ ਦੇਖੋ ਜੀ, ਅੱਖਰ ਲਿਖਣ ਦਾ ਅਭਿਆਸ, ਬੱਚੇ ਨੂੰ ਆਪਾਂ ਅੱਖਰ ਲਿਖਣ ਦਾ ਅਭਿਆਸ ਕਰਾਈਏ ਜਦੋਂ ਆਪਾਂ ਨੇ ਉਸਦੀ ਲਿਖਣ ਸਕਿੱਲ ਨੂੰ ਕੀ ਕਰਨਾ ਹੈ? ਵਧਾਉਣਾ ਹੈਗਾ। ਠੀਕ ਹੈ, ਮੌਂਟੇਸਰੀ ਵਿਧੀ ਹੈ ਜਿਹੜੀ, ਮਤਲਬ ਲੱਕੜ ਜਾਂ ਗੱਤੇ ਦੇ ਬਣੇ ਹੋਏ ਅੱਖਰਾਂ, ਮਤਲਬ ਲੱਕੜ ਜਾਂ ਗੱਤੇ ਦੇ ਇੱਦੋਂ ਵਿੱਚੋਂ ਮੰਨ ਕੇ ਚੱਲੋ ਇਹ ਇੱਕ ਗੱਤੇ ਦਾ ਪੀਸ ਸੀ, ਇਹ 'ਚੋਂ ਅੱਖਰ ਕੱਟ ਲਿਆ ਐਵੇਂ, ਅੱਖਰ ਕੱਟਿਆ ਹੋਇਆ ਫੋਰ ਐਗਜ਼ਾਮਪਲ ਇੱਦਾਂ। ਉਹਦੇ ਵਿੱਚ ਬੱਚਾ ਕੀ ਕਰੂਗਾ? ਇੱਥੇ ਐਵੇਂ ਉਂਗਲ ਫੇਰ ਕੇ ਦੇਖੂਗਾ, ਹੱਥ ਫੇਰ ਕੇ ਦੇਖੂਗਾ, ਤਾਂ ਉਹ ਚੀਜ਼ਾਂ ਉਸਦੇ ਦਿਮਾਗ 'ਚ ਫਿੱਟ ਹੋਣਗੀਆਂ ਵੀ ਇਹ ਇੱਦਾਂ ਅੱਖਰ ਪੈਂਦਾ ਹੈ। ਠੀਕ ਹੈ, ਇਹ ਮੌਂਟੇਸਰੀ ਵਿਧੀ ਹੈ। ਠੀਕ ਹੈ, ਅਤੇ ਇਸ ਤੋਂ ਬਿਨਾਂ ਆਪਾਂ ਇੱਕ ਗੱਲ ਆਉਂਦੀ ਹੁੰਦੀ ਹੈ ਕਿ ਪੂਰਨਿਆਂ ਉੱਤੇ ਲਿਖਣਾ। ਪੂਰਨਿਆਂ ਉੱਤੇ ਲਿਖਣ ਦਾ ਮਤਲਬ ਪਤਾ ਕੀ ਹੈ? ਜੇ ਇੱਕ ਅਭਿਆਸ ਪੁਸਤਕ ਹੁੰਦੀ ਸੀ, ਉਹ 'ਚ ਇੱਦਾਂ ਲਿਖਿਆ ਹੁੰਦਾ ਸੀ ਬੱਚੇ ਨੂੰ ਸੱਸਾ ਪਾਉਣਾ ਸਿਖਾਉਣਾ ਹੈ, ਤਾਂ ਇੱਦਾਂ ਕੀ ਹੋਣਗੇ? ਮਤਲਬ ਕਿ ਇੱਦਾਂ ਡਾਟਸ ਲੱਗੇ ਹੋਏ ਹੋਣਗੇ ਇੱਦਾਂ। ਠੀਕ ਹੈ, ਬੱਚਾ ਕੀ ਕਰੂਗਾ? ਇਹਨਾਂ ਦੇ ਉੱਤੇ ਐਂ ਪੈਨਸਲ ਫੇਰੂਗਾ ਇੱਦਾਂ, ਇਹ ਕੀ ਹੋ ਗਿਆ? ਉਹ ਪੂਰਨਿਆਂ ਉੱਤੇ ਚੱਲ ਰਿਹਾ ਹੈ, ਪੂਰਨਿਆਂ ਉੱਤੇ ਲਿਖ ਰਿਹਾ ਹੈ। ਠੀਕ ਹੈ ਜੀ, ਇੱਦਾਂ ਇਹ ਚੀਜ਼ ਕੀ ਹੋ ਗਈ? ਪੂਰਨਿਆਂ ਉੱਤੇ ਲਿਖਣਾ। ਬਿੰਦੂ ਮਿਲਾਉਣਾ, ਬਿੰਦੂ ਮਿਲਾਉਣਾ ਵੀ ਉਹ ਹੋ ਗਿਆ। ਜਾਂ ਮੈਂ ਤੁਹਾਨੂੰ ਇੱਕ ਹੋਰ ਇੰਟਰਸਟਿੰਗ ਚੀਜ਼ ਦੱਸਦਾ, ਆਪਾਂ ਇੱਕ ਤੁਸੀਂ ਅਖਬਾਰ 'ਚ ਆਉਂਦੀ ਹੁੰਦੀ ਉਹ, ਜਾਂ ਵੈਸੇ ਹੁਣ ਕਿਤਾਬਾਂ 'ਚ ਸ਼ਾਇਦ ਉਹ ਚੀਜ਼ ਸ਼ਾਮਲ ਕਰ ਦਿੱਤੀ ਗਈ ਹੋਵੇ ਪਾਠਾਂ 'ਚ, ਇੱਦਾਂ ਗਿਣਤੀ ਲਿਖੀ ਹੁੰਦੀ ਸੀ। ਇੱਥੇ 1 ਲਿਖਿਆ ਹੁੰਦਾ ਸੀ। ਠੀਕ ਹੈ, ਇੱਥੇ ਲਿਖਿਆ ਹੁੰਦਾ ਸੀ ਮੰਨ ਕੇ ਚੱਲੋ 2 ਲਿਖਿਆ ਹੋਇਆ ਇੱਥੇ। ਠੀਕ ਹੈ, ਗਿਣਤੀ ਲਿਖੀ ਹੋਈ ਹੈ। ਇੱਥੇ ਮੰਨ ਕੇ ਚੱਲੋ ਲਿਖਤਾ 3। ਠੀਕ ਹੈ, ਫਿਰ ਇੱਥੇ ਲਿਖਤਾ 4, ਇੱਥੇ ਲਿਖਤਾ 5। ਇਹ ਤਾਂ ਮੈਂ ਨੰਬਰ ਲਿਖੇ ਨੇ, ਨੰਬਰਾਂ ਦੇ ਨਾਲ ਤੁਸੀਂ ਡਾਊਟ ਵੀ ਲੈਟ ਕਰ ਸਕਦੇ ਵੀ ਡਾਊਟ ਸੀ। ਠੀਕ ਹੈ, ਵੀ ਇੱਥੇ ਬਿੰਦੂ ਸੀ। ਤਾਂ ਤੁਸੀਂ ਕੀ ਕਹੋਗੇ? ਬੱਚਾ 1 'ਤੇ ਪਹੁੰਚਿਆ, ਫਿਰ 2 'ਤੇ ਪਹੁੰਚੂਗਾ, ਫਿਰ 3 'ਤੇ ਪਹੁੰਚੂਗਾ, ਫਿਰ 4 'ਤੇ ਪਹੁੰਚੂਗਾ, ਫਿਰ 5 'ਤੇ। ਇੱਦਾਂ ਅੱਖਰ ਪਾਉਣਾ ਸਿੱਖ ਗਿਆ। ਇੱਦਾਂ ਹੀ ਡਾਊਟ ਲੱਗੇ ਹੁੰਦੇ ਸੀ, ਕੋਈ ਕੁੱਤੇ ਬਿੱਲੀ ਦੀ ਫੋਟੋ ਛਾਪੀ ਹੁੰਦੀ ਸੀ ਵੀ ਕੁੱਤੇ ਦੀ ਫੋਟੋ ਨੂੰ ਪੂਰਾ ਕਰੋ, ਉਹ ਜਦੋਂ ਐਂ ਗਿਣਤੀ ਦੇ ਉੱਤੇ ਚੱਲਦੇ ਸੀ ਉਹ ਫੋਟੋ ਬਣ ਜਾਂਦੀ ਸੀ, ਹੈ ਨਾ, ਵੀ ਗਿਣਤੀ ਦੇ ਉੱਤੇ 1 ਤੋਂ ਬਾਅਦ 2 'ਤੇ ਗਏ, 3 'ਤੇ ਗਏ, 4 'ਤੇ ਗਏ, ਇੱਦਾਂ। ਬਿੰਦੂਆਂ 'ਤੇ ਲਿਖਣਾ ਵੀ ਉਹੀ ਹੋ ਗਿਆ, ਇੱਕ ਬਿੰਦੂ ਇੱਥੇ ਹੈ, ਇੱਕ ਇੱਥੇ, ਇੱਕ ਇੱਥੇ ਹੈ, ਇੱਕ ਇੱਥੇ ਹੈ, ਮੰਨ ਕੇ ਚਲੋ ਇਹ ਬਿੰਦੂ ਲਿਖੇ ਹੋਏ ਨੇ। ਠੀਕ ਹੈ, ਇੱਦਾਂ ਬਿੰਦੂ ਲੱਗੇ ਹੋਏ ਨੇ, ਇਹਨਾਂ ਉੱਤੇ ਬੱਚਾ ਐਵੇਂ ਫੇਰੂਗਾ, ਬਿੰਦੂਆਂ ਨੂੰ ਮਿਲਾਊਗਾ, ਤਾਂ ਉਸ ਦੀ ਲਿਖਣ ਕੌਸ਼ਲ ਜਿਹੜੀ ਉਹ ਵਿਕਸਿਤ ਹੋ ਜਾਏਗੀ। ਠੀਕ ਹੈ ਜੀ, ਤਾਂ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਸ਼ਬਦ ਰਚਨਾ ਲਿਖਣ ਕੌਸ਼ਲ ਦੇ ਵਿੱਚ ਸ਼ਾਮਲ ਹੈ। ਸ਼ਬਦ ਰਚਨਾ, ਸ਼ਬਦ ਬਣਾਉਣੇ ਸਿੱਖੇ ਬੱਚੇ ਨੇ। ਪਹਿਲਾਂ ਅੱਖਰ ਸਿੱਖੇ, ਪੂਰਨਿਆਂ ਉੱਤੇ ਲਿਖ ਕੇ, ਬਿੰਦੂ ਬਣਾ ਕੇ, ਹੈ ਨਾ। ਅੱਖਰਾਂ ਤੋਂ ਸ਼ੁਰੂਆਤ ਹੋਈ, ਲਿਖਣ ਕੌਸ਼ਲ ਦੀ ਸ਼ੁਰੂਆਤ ਕਿੱਥੋਂ ਹੋਈ? ਅੱਖਰਾਂ ਤੋਂ ਸ਼ੁਰੂਆਤ ਹੋਈ। ਉਸ ਤੋਂ ਬਾਅਦ ਉਹਨੇ ਸ਼ਬਦ ਰਚਨਾ ਸਿੱਖੀ, ਸ਼ਬਦਾਂ ਤੋਂ ਬਾਅਦ ਉਸਨੇ ਵਾਕ ਬਣਾਉਣੇ ਸਿੱਖੇ, ਵਾਕਾਂ ਤੋਂ ਬਾਅਦ ਉਹ ਪੂਰਾ ਇੱਕ ਪੈਰ ਰਚਨਾ ਸਿੱਖ ਗਿਆ, ਪੈਰੇ ਤੋਂ ਬਾਅਦ ਉਹ ਫਿਰ ਪੂਰਾ ਲੇਖ ਲਿਖਣਾ ਸਿੱਖ ਗਿਆ, ਹੈ ਨਾ। ਇੱਦਾਂ ਵੀ ਇੱਕ ਬੱਚੇ ਦੇ ਰੂਪ ਵਿੱਚ ਸਮਝੋ ਤੁਸੀਂ, ਬੱਚੇ ਨੂੰ ਪਹਿਲਾਂ ਅੱਖਰ ਲਿਖਣੇ ਸਿਖਾਏ ਜਾਂਦੇ ਨੇ, ਫਿਰ ਸ਼ਬਦ, ਵਾਕ, ਫਿਰ ਲੇਖ, ਪੈਰੇ ਲਿਖਦਾ ਉਹ, ਲੇਖ ਲਿਖਦਾ, ਫਿਰ ਇੱਦਾਂ ਹੌਲੀ ਹੌਲੀ ਉੱਪਰ ਵੱਲ ਜਾਂਦਾ ਹੈ। ਠੀਕ ਹੈ ਜੀ। ਇੱਕ ਕੌਸ਼ਲ ਅਭਿਆਸ ਦੇ ਵਿੱਚ ਕੁਝ ਇੰਪੋਰਟੈਂਟ ਚੀਜ਼ਾਂ ਸਮਝਦੇ ਆਪਾਂ। ਇੱਕ ਦੇਖੋ ਅਤੇ ਕਹੋ ਵਾਲੀ ਵਿਧੀ ਹੁੰਦੀ ਹੈ, ਮੌਂਟੇਸਰੀ ਵਿਧੀ ਹੁੰਦੀ ਹੈ, ਬੋਲ ਲਿਖਤ ਹੁੰਦੀ ਹੈ, ਡਿਕਟੇਸ਼ਨ ਆਪਾਂ ਕਹਿ ਦਿੰਦੇ ਹਾਂ। ਤਾਂ ਇਹ ਸਭ ਚੀਜ਼ਾਂ ਕੀ ਨੇ? ਬੈਸਟ ਨੇ ਲਿਖਣ ਕੌਸ਼ਲ ਨੂੰ ਵਿਕਸਿਤ ਕਰਨ ਦੇ ਲਈ। ਠੀਕ ਹੈ ਜੀ। ਦੇਖੋ ਅਤੇ ਕਹੋ ਵਾਲੀ ਵਿਧੀ ਕੀ ਹੁੰਦੀ ਹੈ? ਬੱਚੇ ਨੂੰ ਕਿਹਾ ਜਾਂਦਾ ਵੀ ਇਹ ਦੇਖੋ,
ਇਹ ਫੋਟੋਆਂ ਨੇ, ਇਹ ਫੋਟੋਆਂ ਨੂੰ ਦੇਖ ਕੇ ਤੁਹਾਡੇ ਮਨ 'ਚ ਕੀ ਆ ਰਿਹਾ ਉਹਨੂੰ ਲਿਖੋ, ਪੇਸ਼ ਕਰੋ, ਕਾਗਜ਼ 'ਤੇ ਲਿਖੋ, ਕਾਪੀ 'ਤੇ ਲਿਖੋ, ਇੱਦਾਂ ਹੈ ਨਾ, ਇਹ ਚੀਜ਼ਾਂ ਕਹੀਆਂ ਜਾਂਦੀਆਂ ਨੇ। ਇਸ ਤੋਂ ਬਾਅਦ ਗੱਲ ਆ ਜਾਂਦੀ ਹੈ ਕਿ ਇਹ ਜਿਹੜੀ ਕੌਸ਼ਲ ਹੈ ਇਸ ਦੇ ਵਿੱਚ ਸ਼ੁੱਧਤਾ ਜ਼ਰੂਰੀ ਹੈ। ਬੋਲਣ ਦੇ ਵਿੱਚ ਅਸ਼ੁੱਧਤਾ ਰਹਿ ਜੂਗੀ, ਗੱਲ ਸਾਹਮਣੇ ਵਾਲਾ ਸਮਝ ਜੂਗਾ, ਕਿਉਂਕਿ ਬੋਲਣ ਦੇ ਵਿੱਚ ਆਪਾਂ ਖੁਦ ਸ਼ਾਮਲ ਹਾਂ, ਆਪਾਂ ਇਸ਼ਾਰਾ ਕਰਕੇ ਸਮਝਾ ਦਾਂਗੇ, ਹੈ ਨਾ। ਅਤੇ ਇਹਦੇ ਵਿੱਚ ਸਪਸ਼ਟਤਾ ਚਾਹੀਦੀ ਹੈ। ਬੋਲਣ ਦੇ ਵਿੱਚ ਅਸ਼ੁੱਧਤਾ ਚੱਲ ਜਾਂਦੀ ਹੈ ਕਿਉਂਕਿ ਆਪਾਂ ਇਸ਼ਾਰਾ ਵੀ ਕਰਕੇ ਦੱਸ ਦਾਂਗੇ ਜੇ ਬੋਲਣ 'ਚ ਕਮੀ ਰਹਿ ਗਈ, ਠੀਕ ਹੈ। ਸੁਣਨ ਦੇ ਵਿੱਚ ਪ੍ਰੋਬਲਮ ਰਹਿ ਗਈ ਤਾਂ ਕੋਈ ਨਾ ਅਗਲਾ ਦੁਬਾਰੇ ਦੱਸ ਦੂਗਾ। ਲਿਖਣ ਦੇ ਵਿੱਚ ਲਿਖੀ ਗਈ ਜਿਹੜੀ ਚੀਜ਼ ਉਹ ਅਰਥ ਹੀ ਬਦਲ ਦੂਗੀ, ਤਾਂ ਲਿਖਣ ਦੇ ਵਿੱਚ ਸ਼ੁੱਧਤਾ ਚਾਹੀਦੀ ਹੈ। ਹੁਣ ਇਹ ਸ਼ਬਦ ਹੈ ਸੇਰ, ਸੇਰ ਇਹਦਾ ਅਰਥ ਕੀ ਹੈ? ਕਿਲੋ, ਠੀਕ ਹੈ। ਪਰ ਇਹਦੇ ਸਿਰਫ ਇੱਕ ਬਿੰਦੂ ਦਾ ਫਰਕ ਵੀ ਹੈ, ਇੱਕ ਪੈਰ 'ਚ ਬਿੰਦੀ ਲੱਗੀ ਹੈ ਤਾਂ ਇਹ ਸ਼ੇਰ ਜਾਨਵਰ ਬਣ ਗਿਆ। ਲਿਖਣ ਦੇ 'ਚ ਇੰਨੀ ਸ਼ੁੱਧਤਾ ਚਾਹੀਦੀ ਹੈ। ਬੋਲਣ ਦਾ ਕੀ ਹੈ, ਬਹੁਤੇ ਇਹਨੂੰ ਵੀ ਸ਼ੇਰ ਬੋਲੀ ਜਾਂਦੇ ਨੇ ਅਤੇ ਇਹਨੂੰ ਵੀ, ਜਿਹੜਾ ਇੱਕ ਮੈਂ ਤੁਹਾਨੂੰ ਦੱਸਦਾ ਇਹਨੂੰ ਵੀ ਸ਼ੇਰ ਬੋਲੀ ਜਾਂਦੇ ਨੇ। ਬੋਲਣ ਦਾ ਕੀ ਹੈ, ਤਾਂ ਇਸ ਕਰਕੇ ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਸ਼ੁੱਧਤਾ ਜ਼ਿਆਦਾ ਕਿਸ ਕੌਸ਼ਲ ਦੇ ਵਿੱਚ ਚਾਹੀਦੀ ਹੈ, ਵੈਸੇ ਤਾਂ ਸਾਰਿਆਂ ਦੇ ਵਿੱਚ ਸ਼ੁੱਧਤਾ ਹੋਵੇ, ਆਪਾਂ ਕੋਸ਼ਿਸ਼ ਕਰਦੇ ਹਾਂ। ਲੇਖਣ ਕੌਸ਼ਲ ਹੈ ਜਿਹੜੀ ਉਹ ਸਪੈਸ਼ਲ ਸ਼ੁੱਧਤਾ ਦੀ ਮੰਗ ਕਰਦੀ ਹੈ, ਠੀਕ ਹੈ ਜੀ। ਸਪਸ਼ਟਤਾ ਹੋਣੀ ਚਾਹੀਦੀ ਹੈ, ਐਕੂਰੇਸੀ ਹੋਣੀ ਚਾਹੀਦੀ ਹੈ ਲਿਖਣ ਕੌਸ਼ਲ ਦੇ ਵਿੱਚੋਂ, ਠੀਕ ਹੈ ਜੀ। ਇਸ ਤੋਂ ਬਾਅਦ ਗੱਲ ਕਰਦੇ ਆਪਾਂ ਪ੍ਰਗਟਾਅ ਕੌਸ਼ਲ ਹੈ ਇੱਕ, ਮਤਲਬ ਕਿ ਲਿਖਣ ਵੇਲੇ ਆਪਾਂ ਕਰ ਰਹੇ ਹਾਂ ਆਪਣੇ ਦਿਲ ਦੀਆਂ ਗੱਲਾਂ ਬਾਹਰ ਕੱਢ ਰਹੇ ਹਾਂ। ਮੇਰੇ ਮਨ ਵਿੱਚ ਕੀ ਸੀ, ਮੈਂ ਤੁਹਾਨੂੰ ਅੱਜ ਲਿਖਣ ਕੌਸ਼ਲ ਪੜ੍ਹਾਉਣਾ ਹੈ ਤਾਂ ਮੈਂ ਉਹ ਲਿਖ ਕੇ ਲੈ ਕੇ ਆਇਆ, ਅੰਦਰਲੀ ਚੀਜ਼ ਬਾਹਰ ਆਈ ਕਿੱਦਾਂ, ਲਿਖ ਕੇ, ਹੈ ਨਾ, ਟਾਈਪ ਕਰਨਾ, ਲਿਖਣਾ। ਅਤੇ ਬੋਲਣਾ ਵੀ, ਬੋਲ ਕੇ ਅਤੇ ਲਿਖ ਕੇ ਮੈਂ ਕੀ ਕਰ ਰਿਹਾ, ਆਪਦੇ ਦਿਲ ਦੀ ਗੱਲ ਬਾਹਰ ਕੱਢ ਰਹੇ ਹਾਂ, ਪ੍ਰਗਟਾ ਕਰ ਰਹੇ ਹਾਂ, ਐਕਸਪ੍ਰੈਸ ਕਰ ਰਹੇ ਹਾਂ। ਐਕਟਿਵ ਸਕਿੱਲ ਹੈ ਇਹ, ਪ੍ਰੋਡਕਟਿਵ ਸਕਿੱਲ ਹੈ, ਐਕਟਿਵ ਸਕਿੱਲ ਹੈ, ਐਕਸਪ੍ਰੈਸ ਕਰ ਰਹੇ ਹਾਂ ਜੋ ਅੰਦਰ ਗੱਲ ਹੈਗੀ ਸੀ। ਅਤੇ ਇਸ ਦੇ ਉਲਟ ਸੁਣਨ ਕੌਸ਼ਲ, ਜੋ ਚੀਜ਼ ਬਾਹਰ ਸੀ ਉਸਨੂੰ ਮੈਂ ਅੰਦਰ ਲੈ ਕੇ ਜਾ ਰਿਹਾ, ਠੀਕ ਹੈ ਜੀ। ਅਤੇ ਇੱਕ ਜੋ ਚੀਜ਼ ਸਕਰੀਨ 'ਤੇ ਲਿਖੀ ਹੋਈ ਤੁਸੀਂ ਉਸਨੂੰ ਪੜ੍ਹ ਰਹੇ ਹੋ, ਮੇਰੀ ਗੱਲ ਨੂੰ ਤੁਸੀਂ ਸੁਣ ਰਹੇ ਹੋ, ਤੁਸੀਂ ਕੁਝ ਰਿਸੀਵ ਕਰ ਰਹੇ ਹੋ, ਗ੍ਰਹਿਣ ਕਰ ਰਹੇ ਹੋ, ਗ੍ਰਹਿਣ ਕੌਸ਼ਲ ਹੈ ਉਹ ਸੁਣਨਾ। ਤੁਸੀਂ ਸਕਰੀਨ 'ਤੇ ਲਿਖੇ ਹੋਏ ਨੂੰ ਪੜ੍ਹ ਰਹੇ ਹੋ, ਇਹ ਕੀ ਹੈ, ਗ੍ਰਹਿਣ ਕੌਸ਼ਲ ਹੈ, ਠੀਕ ਹੈ ਜੀ। ਜਦ ਕਿ ਆਪਾਂ ਅੱਜ ਸਮਝ ਰਹੇ ਹਾਂ ਪ੍ਰਗਟਾਅ ਕੌਸ਼ਲ, ਯਾਨੀ ਕਿ ਲਿਖਣ ਕੌਸ਼ਲ ਇਹ ਕੀ ਹੈ, ਪ੍ਰਗਟਾਅ ਕੌਸ਼ਲ ਹੈ। ਪ੍ਰੋਡਕਟਿਵ ਸਕਿੱਲ ਹੈ, ਰਾਈਟਿੰਗ ਸਕਿੱਲ ਪੁੱਛਿਆ ਜਾਵੇ ਤਾਂ ਇਹ ਕੀ ਹੈ, ਪ੍ਰੋਡਕਟਿਵ ਹੈ, ਐਕਟਿਵ ਹੈ, ਐਕਸਪ੍ਰੈਸ ਸਕਿੱਲ ਹੈ, ਠੀਕ ਹੈ। ਸਿੰਪਲੀ ਸਮਝ ਗਏ ਹੋਵੋਗੇ ਉਮੀਦ ਹੈ। ਤਾਂ ਇਸ ਕੌਸ਼ਲ ਸਮੇਂ ਕੰਨ, ਹੱਥ, ਦਿਮਾਗ ਸਭ ਚੀਜ਼ਾਂ ਐਕਟਿਵ ਨੇ, ਇਸ ਕਰਕੇ ਇਹਦੇ 'ਚ ਫਾਈਨ ਮੋਟਰ ਸਕਿੱਲਸ ਨੇ ਜਿਹੜੀਆਂ ਸਾਰੀਆਂ ਸ਼ਾਮਲ ਨੇ, ਤਾਂ ਹੀ ਇਹਨੂੰ ਐਕਟਿਵ ਸਕਿੱਲ ਕਿਹਾ ਗਿਆ, ਠੀਕ ਹੈ। ਤਾਂ ਇਹ ਚੀਜ਼ਾਂ ਆਪਾਂ ਡਿਸਕਸ ਦੋਸਤੋ ਕਰ ਲਈਆਂ ਨੇ। ਅਤੇ ਇੱਕ ਤੁਹਾਨੂੰ ਫਿਰ ਦੁਬਾਰਾ ਦੱਸ ਦਈਏ ਕਿ ਇਸ ਦੇ ਉੱਤੇ MCQ ਇਨ ਫਿਊਚਰ ਪੈ ਜਾਣਗੇ, ਜੋ ਤੁਹਾਨੂੰ ਟਾਰਗੇਟ ਦਿੱਤਾ ਜੇ ਉਹ ਪੂਰਾ ਹੋ ਗਿਆ, ਠੀਕ ਹੈ। ਤਾਂ ਇਹ ਜ਼ਰੂਰ ਆਪਣਾ ਜੋ ਐਪ ਹੈ ਡਾਊਨਲੋਡ ਕਰ ਲਿਓ, ਠੀਕ ਹੈ। ਅਤੇ ਹੁਣ ਆਪਾਂ ਕੁਝ ਕੁਐਸਚਨ ਆਨਸਰ ਨੇ ਜਿਹੜੇ ਉਹ ਡਿਸਕਸ ਕਰਦੇ ਹਾਂ। ਤਾਂ ਦੇਖੋ ਜੀ, ਬੱਚੇ ਵਿੱਚ ਸਭ ਤੋਂ ਪਹਿਲਾਂ ਕਿਹੜੀ ਕੌਸ਼ਲ ਪ੍ਰਫੁੱਲਿਤ ਹੁੰਦੀ ਹੈ, ਤਾਂ ਬੱਚੇ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਕੌਸ਼ਲ ਹੈ ਪ੍ਰਫੁੱਲਿਤ ਹੁੰਦੀ ਹੈ ਉਹ ਹੁੰਦੀ ਹੈ ਜੀ ਸੁਣਨ ਕੌਸ਼ਲ। ਸੁਣਨ ਕੌਸ਼ਲ ਸਭ ਤੋਂ ਪਹਿਲਾਂ ਵਿਕਸਿਤ ਹੋਏਗੀ। ਇਸ ਤੋਂ ਬਾਅਦ ਹੈ ਜੀ ਹੇਠ ਦਿੱਤਿਆਂ ਵਿੱਚੋਂ ਮੁੱਢਲੀਆਂ ਕੌਸ਼ਲ ਚੁਣੋ, ਜਿਹੜੀ ਮੁੱਢਲੀ ਕੌਸ਼ਲ ਹੈ ਉਹ ਚੁਣਨੀ ਆਪਾਂ ਨੇ। ਇਹਦੇ 'ਚੋਂ ਜੋ ਮੁੱਢਲੀ ਕੌਸ਼ਲ ਹੈ, ਦੇਖੋ ਮੁੱਢਲੀ ਦਾ ਮਤਲਬ ਆਪਾਂ ਸੀਰੀਜ਼ ਦੇ ਵਿੱਚ ਪੜ੍ਹੀਆਂ ਨੇ ਸਾਰੀਆਂ। ਸਭ ਤੋਂ ਪਹਿਲਾਂ ਗੱਲ ਆ ਜਾਂਦੀ ਹੈ ਸੁਣਨ ਕੌਸ਼ਲ, ਨੰਬਰ 2 ਬੋਲਣ ਕੌਸ਼ਲ, ਨੰਬਰ 3 ਵਾਚਨ ਕੌਸ਼ਲ ਅਤੇ ਨੰਬਰ 4 ਲਿਖਣ ਕੌਸ਼ਲ। ਇਹਨੂੰ ਮੈਂ ਇੱਦਾਂ ਯਾਦ ਕਰਦਾ ਹੁਣ, LSRW, ਲਿਸਨਿੰਗ, ਸਪੀਕਿੰਗ, ਰੀਡਿੰਗ ਐਂਡ ਰਾਈਟਿੰਗ। ਤਾਂ ਇਸ ਤਰ੍ਹਾਂ 4 ਕੌਸ਼ਲ ਨੇ, ਚਾਰਾਂ ਦੀ ਸੀਰੀਜ਼ ਯਾਦ ਕਰ ਲਓ। ਪਹਿਲੀਆਂ 2 ਪੁੱਛੀਆਂ ਜਾਣ, ਲਿਸਨਿੰਗ, ਸਪੀਕਿੰਗ, ਸੁਣਨਾ, ਬੋਲਣਾ, ਠੀਕ ਹੈ ਜੀ। ਤਾਂ ਆਪਸ਼ਨ 4th ਸਾਡਾ ਇਸ 'ਤੇ ਦੋਸਤੋ ਰਾਈਟ ਆਨਸਰ ਹੋ ਜਾਵੇਗਾ, ਠੀਕ ਹੈ ਜੀ, ਇਸ ਤਰੀਕੇ ਨਾਲ। ਅਤੇ ਇਹ MCQ ਨੇ ਜਿਹੜੇ, ਇਹਨਾਂ ਦਾ ਮੈਂ ਇੱਕ ਟੈਸਟ ਬਣਾ ਕੇ ਵੀ ਆਪਣੀ ਐਪ ਦੇ ਉੱਤੇ ਅਪਲੋਡ ਕਰਾਂਗਾ। ਤੁਸੀਂ ਜਾ ਕੇ ਐਪ ਨੂੰ ਜਲਦੀ ਡਾਊਨਲੋਡ ਕਰੋ, ਉੱਥੇ ਟੈਸਟ ਵੀ ਤੁਹਾਨੂੰ ਇਨ ਫਿਊਚਰ ਜਲਦੀ ਹੀ ਮਿਲੇਗਾ, ਠੀਕ ਹੈ ਜੀ। ਭਾਸ਼ਾ ਵਿੱਚ ਨਿਪੁੰਨ ਬਣਨ ਲਈ ਜ਼ਰੂਰੀ ਕੀ ਹੈ, ਜੇਕਰ ਕਿਸੇ ਨੇ ਭਾਸ਼ਾ ਵਿੱਚ ਐਕਸਪਰਟ ਬਣਨਾ, ਨਿਪੁੰਨ ਬਣਨਾ ਹੈ, ਭਾਸ਼ਾ ਗ੍ਰਹਿਣ ਕਰਨਾ ਆਉਣਾ ਚਾਹੀਦਾ ਹੈ, ਬਿਲਕੁਲ ਸਹੀ ਹੈ। ਭਾਸ਼ਾ ਦਾ ਪ੍ਰਗਟਾਵਾ ਵੀ ਆਉਣਾ ਚਾਹੀਦਾ, ਬਿਲਕੁਲ ਸਹੀ ਹੈ। ਉਪਰੋਕਤ ਦੋਵੇਂ, ਬਿਲਕੁਲ ਸਹੀ ਹੈ। ਤਾਂ ਉਪਰੋਕਤ ਦੋਵੇਂ ਵਾਲੀ ਆਪਸ਼ਨ ਹੀ ਚੁਣਾਂਗੇ ਜੋ ਸਭ ਤੋਂ ਬੈਸਟ ਹੈ। ਸਿਰਫ ਭਾਸ਼ਾ ਟੀਚਰ ਕੁਝ ਨਹੀਂ ਕਰ ਸਕਦਾ। ਭਾਸ਼ਾ ਟੀਚਰ ਜੇਕਰ ਤੀਸਰੀ ਆਪਸ਼ਨ 'ਚ ਪਾ ਕੇ ਉਪਰੋਕਤ ਸਾਰੇ ਕਹਿ ਦਿੰਦੇ ਫਿਰ ਆਪਾਂ ਮੰਨ ਲੈਂਦੇ, ਠੀਕ ਹੈ। ਤਾਂ ਆਪਣੇ ਕੋਲ ਬੈਸਟ ਆਪਸ਼ਨ ਜਿਹੜੀ ਉਹ 3rd ਹੋਏਗੀ, ਉਪਰੋਕਤ ਦੋਵੇਂ, ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਧੁਨੀਆਂ ਨੂੰ ਗ੍ਰਹਿਣ ਕਰਕੇ ਅਰਥ ਸਮਝਣਾ। ਧੁਨੀ ਨੂੰ ਗ੍ਰਹਿਣ ਵੀ ਕੀਤਾ ਜਾ ਰਿਹਾ ਹੈ ਅਤੇ ਅਰਥ ਵੀ ਸਮਝਿਆ ਜਾ ਰਿਹਾ ਹੈ, ਲਿਸਨਿੰਗ ਸਕਿੱਲ ਹੈ ਇਹ, ਯਾਨੀ ਕਿ ਸੁਣਨ ਕੌਸ਼ਲ ਹੈ। ਸੁਣਨ ਕੌਸ਼ਲ ਦੇ ਵਿੱਚ ਤੁਹਾਨੂੰ ਸਪੈਸ਼ਲ ਦੱਸਿਆ ਸੀ ਮੈਂ, ਧੁਨੀ ਨੂੰ ਗ੍ਰਹਿਣ ਕਰਕੇ ਉਸ ਦੇ ਅਰਥ ਨੂੰ ਸਮਝਣਾ ਹੈ, ਫਿਰ ਅਸਲੀ ਸੁਣਨ ਕੌਸ਼ਲ ਉਸ ਨੂੰ ਆਪਾਂ ਕਹਾਂਗੇ, ਠੀਕ ਹੈ ਜੀ। ਇਸ ਤੋਂ ਬਾਅਦ ਗੱਲ ਆ ਜਾਂਦੀ ਹੈ
ਕਿ ਭਾਸ਼ਾ ਕੁਸ਼ਲਤਾਵਾਂ ਦੀ ਸਹੀ ਤਰਤੀਬ ਕੀ ਹੈ। ਜੋ ਆਪਾਂ ਭਾਸ਼ਾ ਕੌਸ਼ਲ ਪੜ੍ਹਦੇ ਆ ਰਹੇ ਹਾਂ ਪਿਛਲੀਆਂ 4 ਵੀਡੀਓਆਂ ਦੇ ਵਿੱਚ, ਹੁਣ ਦੀ ਸਹੀ ਤਰਤੀਬ ਦੱਸੋ। ਲੈ ਇਹ ਤਾਂ ਮੈਂ ਦੱਸ ਹੀ ਚੁੱਕੇ ਹਾਂ, ਹੈ ਨਾ। ਕੀ LSRW ਪੱਕਾ ਕੁਐਸਚਨ ਬਣੂਗਾ ਇੱਥੇ ਤੋਂ, ਠੀਕ ਹੈ। ਤਾਂ ਦੇਖੋ ਸਭ ਤੋਂ ਪਹਿਲਾਂ ਲਿਸਨਿੰਗ ਯਾਨੀ ਕਿ ਸੁਣਨ ਕੌਸ਼ਲ, ਅਤੇ ਫਿਰ ਆ ਜਾਂਦੀ ਹੈ ਜੀ ਆਪਣੇ ਕੋਲ ਮੌਖਿਕ ਕੌਸ਼ਲ, ਜਿਹਨੂੰ ਬੋਲਣ ਕੌਸ਼ਲ ਵੀ ਆਖ ਦਿੰਦੇ ਆਪਾਂ, ਠੀਕ ਹੈ। ਫਿਰ ਵਾਚਨ ਕੌਸ਼ਲ, ਫਿਰ ਲਿਖਣ ਕੌਸ਼ਲ। ਤਾਂ 4th ਆਪਸ਼ਨ ਸਾਡਾ ਇਸ 'ਤੇ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਗੱਲ ਹੈ ਜੀ ਕਿ ਇੱਕ ਪ੍ਰਾਇਮਰੀ ਅਧਿਆਪਕ ਵਾਚਨ ਕੌਸ਼ਲ ਦੇ ਅਧਿਆਪਨ ਨੂੰ ਸ਼ੁਰੂ ਕਰੇਗਾ। ਇੱਕ ਅਧਿਆਪਕ ਹੈ ਪ੍ਰਾਇਮਰੀ, ਉਸਨੇ ਵਾਚਨ ਕੌਸ਼ਲ ਯਾਨੀ ਕਿ ਪੜ੍ਹਨ ਕੌਸ਼ਲ ਨੂੰ ਵਿਕਸਿਤ ਕਰਨਾ ਹੈ। ਵਾਚਨ ਕੌਸ਼ਲ ਰੀਡਿੰਗ ਸਕਿੱਲ ਨੂੰ ਕੀ ਕਰਨਾ ਹੈ, ਵਿਕਸਿਤ ਕਰਨਾ ਹੈ। ਤਾਂ ਉਹ ਕੀ ਕਰੇਗਾ, ਤਸਵੀਰ ਕਹਾਣੀ ਤੋਂ ਵੇਖੋ ਅਤੇ ਕਹੋ ਵਾਲੀ ਵਿਧੀ ਅਪਣਾਏਗਾ। ਉਹ ਕਹੇਗਾ ਦੇਖੋ ਬੱਚਿਓ, ਫਿਰ ਕਹੋ ਵੀ ਇਹ ਕੀ ਲਿਖਿਆ ਹੋਇਆ ਹੈ ਨਾ, ਉਹਨਾਂ ਨੂੰ ਦੱਸੇਗਾ। ਤਾਂ ਇੱਦਾਂ ਸਭ ਤੋਂ ਬੈਸਟ ਚੀਜ਼ ਇਹੀ ਹੈ। ਸਿਰਫ ਕਹਾਣੀ ਤੋਂ, ਵਿਆਕਰਨ ਤੋਂ, ਸਿਰਫ ਪਾਠ ਪੁਸਤਕ, ਇਹ ਸਭ ਚੀਜ਼ਾਂ ਇੰਨੀਆਂ ਬੈਸਟ ਨਹੀਂ, ਕਿਉਂਕਿ ਸਿਰਫ ਲੱਗੇ ਹੈ, ਠੀਕ ਹੈ। ਸਿਰਫ ਪਾਠ ਪੁਸਤਕ ਨਹੀਂ ਕੁਛ ਕਰਦੀ, ਇਕੱਲੀ ਵਿਆਕਰਨ ਵੀ ਨਹੀਂ ਕੁਛ ਕਰਦੀ, ਇਕੱਲੀ ਕਹਾਣੀ ਤੋਂ ਨਹੀਂ। ਸਭ ਤੋਂ ਬੈਸਟ ਚੀਜ਼ ਕੀ ਪਈ ਹੈ, ਤਸਵੀਰ ਕਹਾਣੀ ਪਈ ਹੈ, ਠੀਕ ਹੈ। ਬਾਕੀ ਚੀਜ਼ਾਂ ਜੇਕਰ ਇਹ ਨਾ ਹੁੰਦੀ ਤਾਂ ਆਪਾਂ ਮੰਨ ਲੈਣੀਆਂ ਸੀ। ਸੁਣਨਾ ਹੈ, ਸੁਣਨਾ ਕੀ ਹੈ, ਹੁਣੇ ਦੱਸ ਕੇ ਹਟੇ ਯਾਰ। ਸੁਣਨਾ ਲਿਸਨਿੰਗ ਕੀ ਹੈ, ਇਹ ਇੱਕ ਗ੍ਰਹਿਣ ਕੌਸ਼ਲ ਹੈ। ਇਹ ਤੁਸੀਂ ਸੁਣ ਰਹੇ ਹੋ, ਮੇਰੀ ਗੱਲ ਨੂੰ ਤੁਸੀਂ ਗ੍ਰਹਿਣ ਨਹੀਂ ਕਰ ਰਹੇ ਹੋ, ਠੀਕ ਹੈ। ਤਾਂ ਆਪਸ਼ਨ ਸੀ ਸਾਡਾ ਇਸ 'ਤੇ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਘੈਂਟ ਕੁਐਸਚਨ ਦੇਖੋ ਜੀ, ਸਕੈਨਿੰਗ ਅਤੇ ਪੰਛੀ ਝਾਤ। ਹੁਣ ਅੜ ਗਏ ਜਦੋਂ ਪਿਓਰ ਪੰਜਾਬੀ 'ਚ ਪੰਛੀ ਝਾਤ ਕਹਿਤਾ, ਠੀਕ ਹੈ। ਤਾਂ ਸਕਿਮਿੰਗ ਦੀ ਗੱਲ ਕਰ ਰਹੇ ਹਾਂ ਮੈਂ, ਕਾਹਦੀ, ਸਕਿਮਿੰਗ ਦੀ। ਐਂਡ ਸਕੈਨਿੰਗ, ਸਕਿਮਿੰਗ ਅਤੇ ਸਕੈਨਿੰਗ ਦੋਨੋਂ ਕੀ ਨੇ, ਕਿਸ ਕੌਸ਼ਲ ਵਿੱਚ ਸ਼ਾਮਲ ਨੇ, ਸਬ ਸਕਿੱਲ ਨੇ। ਇਹ ਸਬ ਸਕਿੱਲ ਨੇ ਜੀ, ਰੀਡਿੰਗ ਦੀਆਂ ਧਿਆਨ ਦੇ ਵਿੱਚ ਰੱਖਿਓ, ਰੀਡਿੰਗ ਦੀਆਂ ਸਬ ਸਕਿੱਲ ਕੀ ਨੇ, ਸਕੈਨਿੰਗ ਐਂਡ ਸਕਿਮਿੰਗ, ਠੀਕ ਹੈ ਜੀ। ਆਪਸ਼ਨ 3rd ਸਾਡਾ ਇਸ 'ਤੇ ਰਾਈਟ ਆਨਸਰ ਹੋਏਗਾ। ਇਸ ਤੋਂ ਬਾਅਦ ਹੈ ਜੀ ਉਕੇਰਨਾ, ਸਕ੍ਰਿਬਲਿੰਗ। ਉਕੇਰਨਾ ਮਤਲਬ ਕੋਈ ਅੱਖਰ ਬਣਾਉਣਾ, ਅੱਖਰ ਲਿਖਣਾ, ਉਕੇਰਨਾ ਹੋ ਗਿਆ। ਅਤੇ ਥਰਡ ਆ ਡਰਾਫਟ ਹੋ ਗਿਆ। ਸੰਪਾਦਨ ਯਾਨੀ ਕਿ ਐਡਿਟ, ਇਹ ਕਿਸ ਕੌਸ਼ਲ ਦਾ ਹਿੱਸਾ ਹਨ। ਇਹ ਤਾਂ ਅੱਜੇ ਪੜ੍ਹੇ ਆਪਾਂ ਨੇ। ਤਾਂ ਕਿਸ ਕੌਸ਼ਲ ਦਾ ਹਿੱਸਾ ਨੇ ਇਹ ਜੀ, ਇਹ ਲਿਖਣ ਕੌਸ਼ਲ ਦਾ ਹਿੱਸਾ ਨੇ। ਜੋ 4ਥੀ ਸਕਿੱਲ ਪੜ੍ਹੀ ਸੀ ਆਪਾਂ ਨੇ, ਲਿਖਣ ਕੌਸ਼ਲ, ਉਸ ਦਾ ਇਹ ਹਿੱਸਾ ਨੇ। ਤਾਂ ਦੋਸਤੋ ਇਸ ਤਰੀਕੇ ਨਾਲ ਅੱਜ ਦੀ ਜਿਹੜੀ ਆਪਣੀ ਕਲਾਸ ਹੈ ਇਹ ਸਮਾਪਤ ਹੁੰਦੀ ਹੈ। ਮੈਂ ਵਾਰ-ਵਾਰ ਬੇਨਤੀ ਕਰ ਰਹੀ ਹਾਂ ਕਿ ਪਲੀਜ਼ ਆਪਣੀ ਜਿਹੜੀ ਐਪ ਹੈ ਨਵੀਂ ਲਾਂਚ ਕੀਤੀ ਹੈ, ਤਾਂ ਤੁਹਾਡੇ ਇੱਥੇ ਸਾਥ ਦੀ ਲੋੜ ਹੈ ਦੋਸਤੋ। ਐਪ ਨੂੰ ਡਾਊਨਲੋਡ ਕਰੋ ਅਤੇ ਪਲੇ ਸਟੋਰ 'ਤੇ ਵੀ ਜਾ ਕੇ ਇੱਕ ਘੈਂਟ ਜਿਹਾ ਰਿਸਪੌਂਸ ਦੇ ਦਿਓ, ਕਿਉਂਕਿ ਕਾਫੀ ਮਿਹਨਤ ਲੱਗਦੀ ਹੁੰਦੀ ਹੈ ਕੰਟੈਂਟ ਤਿਆਰ ਕਰਨ 'ਚ। ਯਾਰ ਤੁਹਾਡੇ ਵਰਗੇ ਦੋਸਤਾਂ ਦਾ ਰਿਸਪੌਂਸ ਮਿਲਦਾ ਰਹੇ ਤਾਂ ਅੱਗੇ ਤੋਂ ਹੋਰ ਵੀ ਜੀਅ ਕਰਦਾ ਹੈ ਨਵਾਂ ਘੈਂਟ ਕੰਟੈਂਟ ਪ੍ਰੋਵਾਈਡ ਕਰਵਾਉਣ ਨੂੰ। ਵਾਅਦਾ ਤੁਹਾਡੇ ਨਾਲ ਕੀਤਾ ਕਿ ਪੰਜਾਬੀ ਦੀ ਪੈਡਾਗੋਜੀ ਚੈਨਲ 'ਤੇ ਹੋਏਗੀ ਤਾਂ ਹੋਏਗੀ, ਚਾਹੇ ਮੇਰਾ ਕਿੰਨਾ ਵੀ ਬਿਜ਼ੀ ਸ਼ਡਿਊਲ ਕਿਉਂ ਨਾ ਹੋਵੇ। ਥੈਂਕ ਯੂ ਸੋ ਮੱਚ।